वाहिगुरू जी का खालसा वाहिगुरू जी की फतेह। प्यारे दर्शकों, प्रोग्राम फतेह ਦੀ ਗੱਲ ਲੈ ਕੇ ਇੱਕ ਵਾਰ ਫੇਰ ਹਾਜ਼ਰ ਹੋ ਚੁੱਕੇ ਹਾਂ। ਇਹ ਸਾਡਾ ਹਫਤਾਵਾਰੀ ਪ੍ਰੋਗਰਾਮ ਹੈਗਾ ਜਿਸ ਨੂੰ ਤੁਸੀਂ ਸਾਡੇ ਜਿਹੜਾ ਚੈਨਲ ਹੈ ਉਹਦੇ ਉੱਤੇ ਹਰ ਹਫਤੇ ਦੇਖਦੇ ਹੋ ਤੇ ਹਫਤੇ ਭਰ ਦੇ ਵਿੱਚ ਹੋਈਆਂ ਸਰਗਰਮੀਆਂ ਜਿਹੜੀਆਂ ਨੇ ਉਹ ਇਹਦੇ ਵਿੱਚ ਅਸੀਂ ਛੋਣ ਦੀ ਕੋਸ਼ਿਸ਼ ਕਰੀਦੀ ਹੈ। ਮਸਲਾ ਚਾਹੇ ਇੰਟਰਨੈਸ਼ਨਲ ਅੰਤਰਰਾਜੀ ਪੱਧਰ ਦਾ ਹੋਵੇ ਜਾਂ ਫਿਰ ਨੈਸ਼ਨਲ ਜਾਂ ਭਾਰਤ ਦਾ ਜਾਂ ਫਿਰ ਯੂਕੇ ਕਿਸੇ ਵੀ ਦੇਸ਼ ਦਾ ਹੋਵੇ। ਉਸ ਤੋਂ ਬਾਅਦ ਜਦੋਂ ਆਪਣੇ ਪੰਜਾਬ ਦੀ ਗੱਲ ਕਰਦੇ ਆ ਤਾਂ ਉੱਥੇ ਵੀ ਬਹੁਤ ਸਾਰੇ ਮਸਲੇ ਆਏ ਦਿਨ ਦਰਪੇਸ਼ ਰਹਿੰਦੇ ਨੇ। ਸੋ ਹਰ ਇੱਕ ਮਸਲੇ ਦੇ ਉੱਤੇ ਬਹੁਤ ਡੂੰਘਾਈ ਦੇ ਨਾਲ ਗੱਲਬਾਤ ਕਰਦੇ ਹੁੰਦੇ ਨੇ ਪੱਤਰਕਾਰ ਅਵਤਾਰ ਸਿੰਘ ਜੀ, ਜੋ ਕਿ ਸਾਡੇ ਨਾਲ ਅੱਜ ਫਿਰ ਤੋਂ ਜੁੜ ਚੁੱਕੇ ਨੇ। ਆਪਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿਣਾ ਜੀ ਤੇ ਫਿਰ ਅੱਜ ਦੇ ਜਿਹੜੇ ਮਸਲੇ ਨੇ ਉਹਨਾਂ ਵੱਲ ਝਾਕ ਜਿਹੜੀ ਹੈ ਉਹ ਮਾਰਾਂਗੇ। ਅਵਤਾਰ ਸਿੰਘ ਜੀ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਤੇ ਜੀ ਆਇਆਂ ਨੂੰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਅਵਤਾਰ ਸਿੰਘ ਜੀ ਸਭ ਠੀਕ ਠਾਕ, ਚੜ੍ਹਦੀ ਕਲਾ ਜੀ? ਹਾਂਜੀ ਹਾਂਜੀ, ਬਹੁਤ ਵਧੀਆ, ਗੁਰੂ ਦੀ ਕਿਰਪਾ। ਠੀਕ ਹੈ। ਸੋ ਅੱਜ ਗੱਲ ਇੱਕ ਵਾਰ ਫਿਰ ਕਿਸਾਨੀ ਦੀ ਹੋਣ ਜਾ ਰਹੀ ਹੈ ਜੀ ਕਿ ਕਿਸਾਨਾਂ ਦੇ ਉੱਤੇ ਪਿਛਲੇ ਦਿਨੀ ਲਾਠੀਚਾਰਜ ਕੀਤਾ ਗਿਆ ਸਰਕਾਰ ਵੱਲੋਂ ਤੇ ਉੱਥੇ ਸਰਕਾਰੀ ਅਹੁਦਿਆਂ ਦੇ ਉੱਤੇ ਬਿਰਾਜਮਾਨ ਵੱਡੀਆਂ ਤਨਖਾਹਾਂ ਲੈਣ ਵਾਲੇ ਜਾਂ ਫਿਰ ਕਹੀਏ ਕਿ ਇੱਕ ਸੀਨੀਅਰ ਅਧਿਕਾਰੀ ਕਹਿੰਦੇ ਸੁਣਿਆ ਗਿਆ ਕਿ ਸਿਰ ਪਾੜ ਦਿਓ ਇਹਨਾਂ ਦਾ ਜਿਹੜਾ ਅੱਗੇ ਆਉਂਦਾ। ਤੇ ਇੱਕ ਹੋਰ ਜਿਹੜਾ ਸਿੱਖ ਪੁਲਿਸ ਅਫਸਰ ਹੈਗਾ ਉਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਸਮਾਜਿਕ ਬਾਈਕਾਟ ਤੱਕ ਕਰ ਦਿੱਤਾ ਗਿਆ ਕਿਉਂਕਿ ਉਹਦੀਆਂ ਵੀਡੀਓ ਵਾਇਰਲ ਹੋਈਆਂ ਸੀ ਕਿਸਾਨਾਂ ਤੇ ਲਾਠੀਚਾਰਜ ਕਰਦੇ ਆ। ਸੋ ਕਿਵੇਂ ਦੇਖਦੇ ਹੋ ਅੱਜ ਇੱਕ ਤਾਂ 10 ਮਹੀਨੇ ਲੰਬਾ ਸਮਾਂ ਹੋ ਗਿਆ ਸੰਘਰਸ਼ ਤੇ ਬੈਠਿਆਂ ਹੋਇਆਂ ਨੂੰ, ਸੋ ਅੱਜ ਵੀ ਸਾਡਾ ਇਹ ਹਾਲ ਹੈਗਾ ਕਿ ਸਰਕਾਰ ਮੰਨਣ ਦੀ ਬਜਾਏ ਲਾਠੀਆਂ ਵਰਸਾ ਰਹੀ ਹੈ, ਡੰਡੇ ਵਰਸਾ ਰਹੀ ਹੈ। ਸੋ ਨਾਲੇ ਜਿਹੜਾ ਅਧਿਕਾਰੀਆਂ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਹਾਂਜੀ, ਜਿਹੜਾ ਇਹ ਕਰਨਾਲ ਵਿਖੇ ਹੋਇਆ ਕਿਸਾਨਾਂ ਦੇ ਲਾਠੀਚਾਰਜ ਇੱਕ ਤਾਂ ਮੰਦਭਾਗਾ ਹੈ ਤੇ ਇਹਦੇ ਵਿੱਚੋਂ ਇੱਕ ਕਿਸਾਨ ਸ਼ਹੀਦ ਹੋ ਗਿਆ ਹੋਇਆ ਔਰ ਬਹੁਤ ਬੁਰੀ ਤਰ੍ਹਾਂ ਜਿਹੜਾ ਹੈਗਾ ਵੀ ਉਹਨਾਂ ਦੇ ਸਿਰ ਪਾੜੇ ਗਏ ਤੇ ਸੱਟਾਂ ਮਾਰੀਆਂ ਗਈਆਂ ਜੀ। ਤੇ ਇੱਕ ਤਾਂ ਇਹ ਦੇਖੋ ਵੀ ਇੱਕ ਪਾਸੇ ਹੁੰਦਾ ਨਾ ਵੀ ਉਹਨਾਂ ਦਾ ਮਨਸ਼ਾ ਕੀ ਹੈ, ਵੀ ਇੱਕ ਪਾਸੇ ਹੁੰਦਾ ਵੀ ਭੀੜ ਨੂੰ ਖਦੇੜਨ ਲਈ ਡੰਡੇ ਮਾਰਨੇ, ਹਨਾ। ਜਿਹੜੇ ਖਦੇੜਨ ਲਈ ਡੰਡੇ ਮਾਰੇ ਜਾਂਦੇ ਆ ਉਹ ਤੁਹਾਡੇ ਉਦਾਂ ਪੋਲੇ ਜੇ ਜਾਂ ਤੁਹਾਡੀਆਂ ਲੱਤਾਂ ਬਾਹਾਂ ਦੇ ਸਰੀਰ ਤੇ ਮਾਰੇ ਜਾਂਦੇ ਆ, ਹਨਾ। ਇਹ ਖਦੇੜਨ ਲਈ ਨਹੀਂ ਸੀ, ਇਹ ਬਕਾਇਦਾ ਟਾਰਗੇਟ ਕਰਕੇ ਸਿਰਾਂ 'ਚ ਮਾਰਨ ਲਈ ਸੀ। ਉਹ ਐਸਡੀਐਮ ਕਹਿੰਦਾ ਨਾ ਵੀ ਸਿਰ ਪਾੜ ਦਿਓ, ਸੋ ਇਹਦਾ ਮਤਲਬ ਉਹਨਾਂ ਦਾ ਨੁਕਸਾਨ ਕਰਨ ਦਾ ਇਰਾਦਾ ਸੀ ਸਰਕਾਰ ਦਾ, ਵੀ ਇਹਨਾਂ ਨੂੰ ਸਬਕ ਸਿਖਾਇਆ ਜਾਵੇ। ਸੋ ਪਿਛਲੇ 9 ਮਹੀਨਿਆਂ ਤੋਂ ਜਿੱਦਾਂ ਉਹ ਬੈਠੇ ਨੇ ਤੇ ਹਰਿਆਣੇ ਦੀ ਸਰਕਾਰ ਤੇ ਇੱਕ ਤਰ੍ਹਾਂ ਨਾਲ ਸੈਂਟਰ ਵੱਲੋਂ ਅੰਦਰ ਖਾਤੇ ਇਹ ਦਬਾਅ ਪਾਇਆ ਜਾ ਰਿਹਾ ਸੀ ਵੀ ਤੁਸੀਂ ਸਖਤ ਕਦਮੀ ਨਹੀਂ ਕਰਦੇ, ਸਖਤ ਕਦਮ ਨਹੀਂ ਚੁੱਕਦੇ। ਕਿਸਾਨ ਹੁਣ ਬੈਠੇ ਦਿੱਲੀ ਦੇ ਬਾਰਡਰ ਤੇ ਆ ਪਰ ਉਹ ਥਾਂ ਤਾਂ ਹਰਿਆਣੇ ਦੀ ਹੈ ਨਾ ਜਿੱਥੇ ਬੈਠੇ ਆ। ਬਿਲਕੁਲ ਜੀ। ਤੇ ਉਹਦੇ ਤੇ ਇੱਕ ਦਬਾਅ ਸੀ ਵੀ ਤੁਸੀਂ ਕਿਸਾਨਾਂ ਨਾਲ ਸਖਤੀ ਨਾਲ ਪੇਸ਼ ਨਹੀਂ ਆ ਰਹੇ ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਜਿਸ ਤਰ੍ਹਾਂ ਇਹ ਦਿਖਾਉਣ ਦਾ ਯਤਨ ਕਰਿਆ ਕਿਉਂਕਿ ਖੱਟੜ ਸਰਕਾਰ ਕੁਛ ਆਪਣੀਆਂ ਅੰਦਰੂਨੀ ਕਾਰਵਾਈਆਂ ਕਰਕੇ ਟੁੱਟਣ ਦੇ ਕਿਨਾਰੇ ਆ। ਖੱਟੜ ਦੀ ਜਿਹੜੀ ਗੱਦੀ ਆ ਉਹ ਟੁੱਟਣ ਦੇ ਕਿਨਾਰੇ ਆ ਕਿਉਂਕਿ ਜਿਹੜੇ ਗ੍ਰਹਿ ਮੰਤਰੀ ਆ ਉਹ ਕਾਫੀ ਤੇਜ਼ੀ ਨਾਲ ਜਿਹੜੇ ਅੱਗੇ ਵਧਦੇ ਆ ਰਹੇ ਆ ਤੇ ਹੋ ਸਕਦਾ ਹੈ ਜਿਹੜਾ ਗ੍ਰਹਿ ਮੰਤਰੀ ਉਹ ਖੱਟੜ ਦੀ ਜਿਹੜੀ ਗੱਦੀ ਆ ਉਹ ਹਥਿਆ ਲੈਣ। ਸੋ ਆਪਣੇ ਰਾਜਨੀਤਿਕ ਭਵਿੱਖ ਨੂੰ ਬਚਾਉਣ ਲਈ ਖੱਟੜ ਨੇ ਦਿੱਲੀ ਆਏ ਆ ਕੇ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਅੱਗੇ ਇਸ ਲਾਠੀਚਾਰਜ ਰਾਹੀਂ ਇਹ ਦਰਸਾਇਆ ਵੀ ਮੈਂ ਤੁਹਾਡਾ ਬੰਦਾ, ਮੈਂ ਕਿਸਾਨ ਮੋਰਚੇ ਨੂੰ ਉਖੇੜ ਸਕਦਾ, ਮੈਂ ਕਿਸਾਨਾਂ ਤੇ ਸਖਤ ਤਸ਼ੱਦਦ ਕਰ ਸਕਦਾ ਹੈਗਾ। ਇੱਕ ਮਨਸ਼ਾ ਤਾਂ ਇਹ ਸੀ ਵੀ ਦਿੱਲੀ ਦੀਆਂ ਹਦਾਇਤਾਂ ਤੇ ਸਾਰਾ ਕੁਝ ਹੋਇਆ। ਦਿੱਲੀ ਵੀ ਦੇਖ ਰਹੀ ਆ ਵੀ ਦਿੱਲੀ ਕੋਲ ਹੁਣ ਦੋ ਹੀ ਰਾਹ ਨੇ, ਜਾਂ ਤਾਂ ਸਮਝੌਤਾ ਕਰੇ ਪਿੱਛੇ ਹਟ ਜਾਵੇ ਜਾਂ ਫਿਰ ਇਹਨਾਂ ਤੇ ਤਸ਼ੱਦਦ ਕਰਕੇ ਇਹਨਾਂ ਨੂੰ ਭਜਾਇਆ ਜਾਵੇ। ਦਿੱਲੀ ਹਾਲ ਦੀ ਘੜੀ ਦੂਜਾ ਰਾਹ ਅਖਤਿਆਰ ਕਰ ਰਹੀ ਹੈ ਵੀ ਉਹ ਕਿਸਾਨਾਂ ਤੇ ਤਸ਼ੱਦਦ ਕਰਕੇ ਉਹਨਾਂ ਤੇ ਜਿਸ ਤਰ੍ਹਾਂ ਸਿਰ ਪਾੜੇ ਗਏ, ਜਿੱਦਾਂ ਬਜ਼ੁਰਗਾਂ ਦੇ ਸਿਰਾਂ ਵਿੱਚ ਸਖਤ ਡੰਡੇ ਮਾਰੇ ਗਏ ਤੇ ਲਹੂ ਲੁਹਾਨ ਕੀਤਾ ਗਿਆ, ਉਹ ਸਾਰਾ ਜਿਹੜਾ ਇੱਕ ਤਰ੍ਹਾਂ ਦਾ ਮੰਜ਼ਰ ਸਾਡੇ ਸਾਹਮਣੇ ਆਇਆ। ਸੋ ਸਾਨੂੰ ਲੱਗਦਾ ਵੀ ਹਾਲੇ ਵੀ ਮੋਦੀ ਸਰਕਾਰ 9 ਮਹੀਨਿਆਂ ਤੋਂ ਬਾਅਦ ਵੀ ਕਿਸਾਨਾਂ ਨੂੰ ਸਖਤੀ ਨਾਲ ਪੇਸ਼ ਆ ਰਹੀ ਹੈ। ਉਹਨਾਂ ਨੇ ਮੋਰਚੇ ਨੂੰ ਤੋੜਨ ਦਾ ਯਤਨ ਕੀਤਾ ਸੀ ਪਰ ਇਸ ਕਾਰਵਾਈ ਨੇ ਮੋਰਚੇ ਵਿੱਚ ਨਵੀਂ ਜਾਨ ਭਰ ਦਿੱਤੀ ਹੈ। ਸਾਰੇ ਪਾਸੇ ਤੋਂ ਕਿਸਾਨ ਆ ਜਿਹੜੇ ਦੁਬਾਰੇ ਮੋਰਚੇ ਵਿੱਚ ਆਉਣ ਲੱਗ ਗਏ ਨੇ, ਮੋਰਚਾ ਮਜ਼ਬੂਤ ਹੋਣ ਲੱਗ ਗਿਆ ਹੋਇਆ। ਸੋ ਇੱਕ ਪਾਸੇ ਜਿੱਦਾਂ ਕਰਨਾਲ ਵਿੱਚ ਤੇ ਹਰਿਆਣੇ ਵਿੱਚ ਮੋਰਚੇ ਦੀਆਂ ਹੋਰ ਜਿਹੜੀਆਂ ਸ਼ਾਖਾਵਾਂ ਨੇ ਉਹ ਉਪਜਾਈਆਂ ਨੇ। ਦੂਜਾ ਜਿਹੜਾ ਦਿੱਲੀ ਵਿੱਚ ਹੋਈ ਕਾਨਫਰੰਸ ਤੋਂ ਬਾਅਦ 5 ਸਤੰਬਰ ਨੂੰ ਇੱਕ ਯੂਪੀ ਵਿੱਚ ਬਹੁਤ ਵੱਡੀ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ। ਸੋ ਉਹਦੇ ਵਿੱਚ ਦੱਸਿਆ ਜਾ ਰਿਹਾ ਵੀ ਹਰਿਆਣੇ ਅਤੇ ਉੱਤਰ ਪ੍ਰਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਹੈ ਜਿਹੜੇ ਉਹ ਸ਼ਾਮਲ ਹੋਣ ਜਾ ਰਹੇ ਆ। ਸੋ ਸਰਕਾਰ ਲਈ ਵੱਡੀਆਂ ਚੁਣੌਤੀਆਂ, ਉਹਨਾਂ ਨੇ ਇਹ ਪੰਗਾ ਲੈ ਲਿਆ ਤਸ਼ੱਦਦ ਕਰਕੇ। ਸੋ ਮੋਰਚਾ ਤਸ਼ੱਦਦ ਕਾਰਨ ਨਵੀਂ ਦਿਸ਼ਾ ਅਖਤਿਆਰ ਕਰ ਗਿਆ, ਨਵੀਂ ਰੂਹ ਫੂਕੀ ਗਈ ਹੈ ਤੇ ਨਵੇਂ ਸਿਰੇ ਤੋਂ ਮੋਰਚਾ ਜਥੇਬੰਦ ਹੋ ਕੇ ਅੱਗੇ ਆ ਰਿਹਾ ਹੈਗਾ। ਦੂਸਰਾ ਇਹ ਹੋਇਆ ਵੀ ਜਿਹੜਾ ਉਹ ਐਸਡੀਐਮ ਨੇ ਹੁਕਮ ਦਿੱਤਾ ਸੀ ਵੀ ਇਹਨਾਂ ਦੇ ਸਿਰ ਪਾੜ ਦਿਓ, ਸਾਨੂੰ ਹੁਣ ਅੰਦਰੂਨੀ ਖਬਰਾਂ ਤੋਂ ਪਤਾ ਲੱਗਿਆ ਹੈ
ਕਿ ਉਹ ਆਰਐਸਐਸ ਦੇ ਕਿਸੇ ਜਿਹੜਾ ਜਨਸੰਘੀ ਆ ਆਰਐਸਐਸ ਦਾ ਕੋਈ ਕਾਰਕੁਨ ਆ, ਉਹਦਾ ਬੇਟਾ ਹੈ। 2 ਸਾਲ ਪਹਿਲਾਂ ਹੀ ਆਈਏਐਸ ਅਫਸਰ ਬਣ ਕੇ ਆਇਆ। ਹੁਣ ਦੇਖੋ, ਜਦੋਂ ਕੋਈ ਆਈਏਐਸ ਅਫਸਰ ਬਣਦਾ ਨਾ, ਉਹਨੂੰ ਹਿਮਾਚਲ ਪ੍ਰਦੇਸ਼ ਵਿੱਚ ਮਸੂਰੀ ਵਿਖੇ ਇੱਕ ਅਕੈਡਮੀ ਹੈ, ਜਿੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਤੁਸੀਂ ਲੋਕਾਂ ਨਾਲ ਚੰਗਾ ਵਿਹਾਰ ਕਰਨਾ ਹੈ, ਤੁਸੀਂ ਚੰਗੇ ਇਨਸਾਨ ਬਣ ਕੇ ਦਿਖਾਉਣਾ ਹੈ। ਲੋਕਾਂ ਨਾਲ ਵਿਹਾਰ ਦੀ ਟ੍ਰੇਨਿੰਗ ਉਹਨਾਂ ਨੂੰ 4-5 ਮਹੀਨੇ ਇਹੋ ਹੀ ਸਿਖਾਇਆ ਜਾਂਦਾ ਹੈਗਾ ਵੀ ਹਰੇਕ ਸ਼ਹਿਰੀ ਦਾ ਸਤਿਕਾਰ ਕਰਨਾ, ਕਿਸੇ ਬਜ਼ੁਰਗ ਨੂੰ ਮੰਦਾ ਨਹੀਂ ਬੋਲਣਾ, ਹਰੇਕ ਨੂੰ ਇਨਸਾਫ ਦੇਣਾ। ਸੋ ਉਹ ਟ੍ਰੇਨਿੰਗ ਕਿੱਥੇ ਚਲੀ ਜਾਂਦੀ ਹੈ ਜਦੋਂ ਇਹ ਲੋਕ ਅਫਸਰ ਬਣ ਜਾਂਦੇ। ਉਹ ਇਸ ਤਰ੍ਹਾਂ ਬੋਲ ਰਿਹਾ ਸੀ ਜਿੱਦਾਂ ਇੱਕ ਅਨਪੜ੍ਹ ਪੁਲਿਸ ਦਾ ਹੌਲਦਾਰ ਬੋਲ ਰਿਹਾ ਵੀ ਇਹਨਾਂ ਦੇ ਸਿਰਾਂ ਵਿੱਚ ਡੰਡੇ ਮਾਰੋ, ਕੋਈ ਬਚ ਕੇ ਨਾ ਜਾਵੇ। ਸੋ ਉਹਦੀ ਭਾਸ਼ਾ ਨਹੀਂ ਸੀ ਲੱਗਦੀ ਵੀ ਉਹ ਆਈਏਐਸ ਅਫਸਰ ਆ, ਉਹ ਲੱਗਦਾ ਸੀ ਜਿੱਦਾਂ ਇੱਕ ਵਿਗੜਿਆ ਹੋਇਆ ਪੁਲਿਸ ਅਫਸਰ ਹੋਵੇ। ਸੋ ਉਹਦਾ ਹੁਣ ਪਤਾ ਲੱਗਿਆ ਹੈਗਾ ਵੀ ਉਹ ਜਿਹੜਾ ਇੱਕ ਤਰ੍ਹਾਂ ਨਾਲ ਆਰਐਸਐਸ ਦੇ ਕਿਸੇ ਜਿਹੜਾ ਹੈਗਾ ਉਹਦਾ ਅਧਿਕਾਰੀ ਦਾ ਬੇਟਾ ਹੈਗਾ। ਸੋ ਉਹਨੂੰ ਹਰਿਆਣੇ ਵਿੱਚ ਲਾਇਆ ਗਿਆ। ਸੋ ਹੁਣ ਤੁਸੀਂ ਦੇਖੋ, ਜਿਹੜਾ ਹੁਣੇ ਆਈਏਐਸ ਪਾਸ ਕਰਕੇ ਆਇਆ, ਹਲੇ ਐਸਡੀਐਮ ਲੱਗਿਆ, ਜਦੋਂ ਉਹਨੇ ਉੱਚੀ ਪੋਸਟਾਂ ਤੇ ਜਾਣਾ ਤੇ ਉਹ ਲੋਕਾਂ ਦੇ ਕਿੰਨਾ ਜੁਰਮ ਕਰੇਗਾ। ਇਸੇ ਤਰ੍ਹਾਂ ਹੀ ਜਿਹੜੇ ਪੁਲਿਸ ਵਾਲਿਆਂ ਦਾ ਆ ਰਿਹਾ ਵੀ ਇੱਕ ਪੁਲਿਸ ਵਾਲਾ ਜੇਜੇਪੀ ਜਿਹੜੀ ਚਟਾਲਾ ਦੀ ਪਾਰਟੀ ਆ, ਉਹਦੇ ਕਿਸੇ ਐਮਐਲਏ ਦਾ ਗਨਮੈਨ ਰਿਹਾ, ਉਹਨੇ ਬੇਹੂਦਾ ਖਲਾਈ ਹੈਗੀ ਆ। ਤੇ ਹੁਣ ਜਿਹੜਾ ਉਹ ਐਸਐਚਓ ਆ, ਉਹਦਾ ਪਰਿਵਾਰ ਸਫਾਈਆਂ ਦਿੰਦਾ ਫਿਰਦਾ, ਉਹਨੇ ਵੱਡੀ ਗਲਤੀ ਕੀਤੀ ਆ, ਲੋਕਾਂ ਨੇ ਉਹਦਾ ਬਾਈਕਾਟ ਕਰ ਦਿੱਤਾ। ਸੋ ਉਹ ਕਹਿ ਰਿਹਾ ਵੀ ਮੈਂ ਦੇਸ਼ ਸਾਹਮਣੇ ਰੱਖਾਂ ਕਿ ਕੌਮ ਸਾਹਮਣੇ ਰੱਖਾਂ। ਕੌਮ ਦਾ ਕੋਈ ਮਸਲਾ ਨਹੀਂ ਸੀ। ਹਰਿਆਣੇ ਵਿੱਚ ਜਿਹੜੇ ਵੱਡੀ ਗਿਣਤੀ ਵਿੱਚ ਕਿਸਾਨ ਨੇ ਉਹ ਸਿੱਖ ਨਹੀਂ ਹੈਗੇ, ਉਹ ਗੈਰ ਸਿੱਖ ਨੇ। ਪਰ ਇੱਥੇ ਸਿਰਫ ਗੱਲ ਸਿੱਖਾਂ ਦੀ ਤੇ ਹਿੰਦੂਆਂ ਦੀ, ਇਨਸਾਨੀਅਤ ਦੀ ਹੈ। ਬਿਲਕੁਲ, ਠੀਕ ਹੈ ਨਾ। ਉਹਨੂੰ ਹੁਕਮ ਮਿਲਿਆ ਸੀਗਾ ਵੀ ਕਿਸਾਨਾਂ ਦਾ ਇਸ ਰੋਹ ਨੂੰ ਰੋਕਿਆ ਜਾਵੇ ਤਾਂ ਕੋਈ ਬੈਰੀਕੇਡ ਲਗਾ ਕੇ ਰੋਕਿਆ ਜਾਣਾ ਚਾਹੀਦਾ। ਕਾਨੂੰਨ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਵੀ ਕਿਸੇ ਨੂੰ ਮਾਰ ਦੇਣ ਦੇ ਇਰਾਦੇ ਨਾਲ ਉਹਦੇ ਤੇ ਤਸ਼ੱਦਦ ਕੀਤਾ ਜਾਵੇ। ਸੋ ਜਿਹੜਾ ਮਾਰ ਦੇਣ ਦੇ ਇਰਾਦੇ ਨਾਲ ਲਾਠੀਚਾਰਜ ਉਸ ਪੁਲਿਸ ਅਫਸਰ ਨੇ ਕਰਿਆ, ਉਹ ਗੈਰ ਕਾਨੂੰਨੀ ਹੈ। ਦੇਸ਼ ਦਾ ਕਾਨੂੰਨ ਕਦੇ ਵੀ ਤੁਹਾਨੂੰ ਮਾਰ ਦੇਣ ਦੇ ਇਰਾਦੇ ਨਾਲ ਲਾਠੀਚਾਰਜ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਸੋ ਉਹਨੇ ਜਿਹੜੇ ਪੁਲਿਸ ਅਫਸਰ ਨੇ ਜਿਹੜਾ ਲਾਠੀਚਾਰਜ ਕੀਤਾ, ਉਹ ਕਿਸਾਨਾਂ ਨੂੰ ਰੋਕਣ ਜਾਂ ਉਹਨਾਂ ਨੂੰ ਅੱਗੇ ਵਧਣ ਤੋਂ ਖਦੇੜਨ ਦੇ ਹਿਸਾਬ ਨਾਲ ਨਹੀਂ ਕੀਤਾ, ਉਹਨਾਂ ਨੂੰ ਮਾਰ ਦੇਣ ਦੇ ਇਰਾਦੇ ਨਾਲ ਇਹ ਲਾਠੀਚਾਰਜ ਹੋਇਆ। ਹੁਣ ਉਹ ਕਹਿ ਰਿਹਾ ਵੀ ਮੈਂ ਦੇਸ਼ ਨੂੰ ਬਚਾਉਣਾ, ਮੈਨੂੰ ਦੇਸ਼ ਦਾ ਕਾਨੂੰਨ ਇਹ ਕਹਿੰਦਾ। ਦੇਸ਼ ਦਾ ਕਾਨੂੰਨ ਕਦੇ ਵੀ ਨਹੀਂ ਕਹਿੰਦਾ, ਦੇਸ਼ ਦਾ ਕਾਨੂੰਨ ਕਦੇ ਨਹੀਂ ਕਹਿੰਦਾ ਵੀ ਕਿਸੇ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖੋ, ਕਿਸੇ ਤੇ ਤਸ਼ੱਦਦ ਕਰੋ, ਕਿਸੇ ਨੂੰ ਇਨਸਾਨਾਂ ਨਾਲੋਂ ਵੀ ਭੈੜਾ, ਉਹਦੇ ਨਾਲ ਜਾਨਵਰਾਂ ਨਾਲੋਂ ਵੀ ਭੈੜਾ ਉਹਦੇ ਨਾਲ ਵਿਹਾਰ ਕਰੋ। ਸੋ ਦੇਸ਼ ਦਾ ਕਾਨੂੰਨ ਕਦੇ ਵੀ ਨਹੀਂ ਕਹਿੰਦਾ। ਜਿਨ੍ਹਾਂ ਨੇ ਕਾਨੂੰਨ ਪੜ੍ਹਿਆ ਹੈ ਉਹ ਜਾਣਦੇ ਹਨ ਕਿ ਦੇਸ਼ ਦਾ ਕਾਨੂੰਨ ਬਕਾਇਦਾ ਇਨਸਾਨਾਂ ਦੀ ਰੱਖਿਆ ਲਈ ਬਣਾਇਆ ਗਿਆ, ਨਾ ਕਿ ਉਹਨਾਂ ਨੂੰ ਕਤਲ ਕਰਨ ਲਈ। ਸੋ ਉਸ ਐਸਐਚਓ ਨੇ ਹੁਣ ਪਰਿਵਾਰ ਆ ਕੇ ਗਵਾਹੀਆਂ ਪਾ ਰਿਹਾ, ਉਹਦੀ ਹਮਾਇਤ ਵਿੱਚ ਆ ਰਿਹਾ। ਪੂਰੇ ਪਿੰਡ ਨੇ ਉਹਦਾ ਜਿਹੜਾ ਹੁੱਕਾ ਪਾਣੀ ਬੰਦ ਕਰ ਦਿੱਤਾ ਹੈਗਾ। ਸੋ ਸਾਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ, ਉਹਨਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ। ਜਿਹੜੇ ਵਰਦੀਧਾਰੀ ਹੋ ਕੇ ਆਮ ਲੋਕਾਂ ਤੇ ਤਸ਼ੱਦਦ ਕਰਦੇ ਆ, ਆਪਣੇ ਹੀ ਭੈਣਾਂ ਭਰਾਵਾਂ ਤੇ ਡੰਡੇ ਭਰਾਉਂਦੇ ਆ ਤੇ ਗੋਲੀਆਂ ਭਰਾਉਂਦੇ ਆ। ਸੋ ਇਹ ਸਾਰਾ ਖਤਰਨਾਕ ਖੇਡ ਖੱਟਰ ਸਰਕਾਰ ਨੇ ਖੇਡਿਆ ਸੀ ਮੋਰਚੇ ਨੂੰ ਖਤਮ ਕਰਨ ਲਈ, ਪਰ ਮੋਰਚਾ ਹੋਰ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। 5 ਤਰੀਕ ਨੂੰ ਔਰੰਗਾਬਾਦ ਵਿਖੇ ਜਿਹੜੀ ਕਾਨਫਰੰਸ ਹੋ ਰਹੀ ਹੈ, ਉਹ ਮੋਦੀ ਸਰਕਾਰ ਦੇ ਕੰਨ ਖੋਲ ਦੇਵੇਗੀ। ਬਿਲਕੁਲ ਜੀ, ਬਿਲਕੁਲ। ਬਾਕੀ ਭਾਜੀ ਜੇ ਦੇਖਿਆ ਜਾਵੇ ਤਾਂ ਪਿਛਲੇ ਦੌਰ ਦੇ ਵਿੱਚ ਵੀ ਲੀਡਰਾਂ ਦੇ ਸਾਹਮਣੇ, ਸਰਕਾਰਾਂ ਦੇ ਸਾਹਮਣੇ ਜਿਹੜੇ ਆਪਣੇ ਨੰਬਰ ਬਣਾਉਣ ਦੀ ਖਾਤਰ ਕਤਲੇਆਮ ਕੀਤਾ ਗਿਆ, ਐਸੇ ਪੁਲਿਸ ਅਫਸਰ ਅੱਗੇ ਆਏ ਜਿਨ੍ਹਾਂ ਨੇ ਬਾਅਦ ਵਿੱਚ ਤਰੱਕੀਆਂ ਵੀ ਲਈਆਂ। ਸੋ ਕਿਤੇ ਨਾ ਕਿਤੇ ਜਿਹੜਾ ਆਈਏਐਸ ਆਫੀਸਰ ਹੈ ਜਾਂ ਫਿਰ ਐਸਐਚਓ ਵਰਗੇ ਲੋਕ ਜਿਹੜੇ ਲਾਠੀਚਾਰਜ ਕਰ ਰਹੇ ਨੇ, ਇਹ ਵੀ ਲੀਡਰਾਂ ਚਿਹਤੇ ਬਣ ਕੇ ਅੱਗੇ ਤਰੱਕੀਆਂ ਲੈਣ ਦੇ ਰਾਹ ਪੱਧਰੇ ਕਰਨਾ ਚਾਹੁੰਦੇ ਨੇ। ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਹੈ ਬਾਅਦ ਵਿੱਚ ਸਿਰਜਿਆ ਗਿਆ, ਜਿਵੇਂ ਸਮਾਜਿਕ ਬਾਈਕਾਟ। ਭਾਜੀ ਅਵਤਾਰ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਇਹ ਸਮਾਂ, ਇਸ ਤਰ੍ਹਾਂ ਦਾ ਮਾਹੌਲ ਕਿਤੇ ਪਹਿਲਾਂ ਹੁੰਦਾ ਤਾਂ ਸ਼ਾਇਦ ਬਹੁਤ ਕੁਝ ਜਿਹੜਾ ਹੈ ਉਹ ਬਚ ਜਾਂਦਾ। ਪਰ ਜੇ ਅੱਜ ਵੀ ਲੋਕ ਇਸ ਤਰ੍ਹਾਂ ਦੇ ਜਿਹੜੇ ਕਾਰਨਾਮਿਆਂ ਦੇ ਉੱਤੇ ਉਤਰ ਆਏ ਨੇ ਕਿ ਸਮਾਜਿਕ ਬਾਈਕਾਟ ਕਰ ਦੇਣਾ ਜਾਂ ਸਾਰਾ ਕੁਝ ਕਰਨਾ, ਕਿਤੇ ਨਾ ਕਿਤੇ ਅੱਜ ਉਹਨੂੰ ਮਾਫੀ ਮੰਗਣ ਲਈ ਵੀ ਮਜਬੂਰ ਹੋਣਾ ਪੈਣਾ। ਜਿਵੇਂ ਪਰਿਵਾਰ ਸਾਹਮਣੇ ਆ ਕੇ ਸਫਾਈਆਂ ਦੇ ਰਿਹਾ, ਹੋਣਾ ਚਾਹੀਦਾ, ਯੂਨਿਟੀ ਹੋਣੀ ਚਾਹੀਦੀ ਹੈ, ਤਾਂ ਹੀ ਇਹੋ ਜਿਹੇ ਜਿਹੜੇ ਕਾਰਜ ਹੈ ਉਹ ਕੀਤੇ ਜਾ ਸਕਦੇ ਨੇ। ਸੋ ਭਾਜੀ ਅਗਲੀ ਜਿਹੜੀ ਗੱਲਬਾਤ ਆਪਾਂ ਅੱਜ ਕਰਨੀ ਹੈ ਜੀ ਕਾਂਗਰਸ ਦੀ। ਕਾਂਗਰਸ ਦੇ ਵਿੱਚ ਵੀ ਜਿਹੜਾ ਹੈ ਕਲੇਸ਼ ਜਿਹੜਾ ਹੈ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਨਵਜੋਤ ਸਿੰਘ ਸਿੱਧੂ ਹੋਵੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵੀ ਜਿਹੜੇ ਨੇਤਾ ਨੇ, ਉਹਨਾਂ ਦੇ ਕੋਲੋਂ ਆਪਸ ਦੇ ਵਿੱਚ ਜਿਹੜੀ ਹੈ ਇੱਕ ਦੂਸਰੇ ਨਾਲ ਖੇਡ ਰੱਖਣ ਲੱਗ ਪਏ ਨੇ। ਸੋ ਇਹ ਮਾਹੌਲ ਬਣਦਾ ਜਾ ਰਿਹਾ। ਉਸ ਤੋਂ ਬਾਅਦ ਜਦੋਂ ਅਕਾਲੀ ਦਲ ਦੀ ਆਪਾਂ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ, ਸੋ ਅਕਾਲੀ ਦਲ ਦੇ ਵਿੱਚ ਵੀ ਕਲੇੜਾਂ ਪੈਣੀਆਂ ਸ਼ੁਰੂ ਹੋ ਗਈਆਂ। ਮਲੂਕਾ ਸਾਹਿਬ ਦੀ ਵੀ ਗੱਲਬਾਤ ਜਿਹੜੀ ਸਾਹਮਣੇ ਆਈ, ਮੈਂ ਸਾਰਾ ਆਪਾਂ ਇਹ ਕਰ ਲਈਏ ਪਹਿਲਾਂ। ਹਾਂਜੀ, ਸਿਕੰਦਰ ਸਿੰਘ ਮਲੂਕਾ ਨੂੰ, ਕਿਉਂਕਿ ਅਕਾਲੀ ਦਲ ਨੇ ਸੀਟਾਂ ਜਿਹੜੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਪਿਛਲੇ ਦਿਨ 3 ਸੀਟਾਂ ਦਾ ਐਲਾਨ ਕਰਿਆ ਸੀ ਤੇ ਹੁਣ ਅੱਜ 6 ਸੀਟਾਂ ਦਾ ਹੋਰ ਐਲਾਨ ਹੈ ਜਿਹੜਾ ਕਰ ਦਿੱਤਾ ਹੋਇਆ।
ਸੋ ਜੀ। ਸਿਕੰਦਰ ਸਿੰਘ ਮਲੂਕਾ ਸੀਨੀਅਰ ਲੀਡਰ ਹੈ, ਉਹ ਰਾਮਪੁਰਾ ਫੂਲ ਸੀਟ ਤੋਂ ਜਿਹੜੇ ਚੋਣਾਂ ਲੜਦੇ ਰਹੇ ਆ ਹੁਣ ਤੱਕ। ਜੀ। ਇਸ ਵਾਰ ਫਿਰ ਅਕਾਲੀ ਦਲ ਵੱਲੋਂ ਉਹਨਾਂ ਨੂੰ ਰਾਮਪੁਰਾ ਫੂਲ ਤੋਂ ਜਿਹੜੀ ਸੀਟ ਦਿੱਤੀ ਗਈ ਸੀ, ਪਰ ਮਲੂਕਾ ਸਾਹਿਬ ਨੇ ਕਿਹਾ ਵੀ ਮੈਂ ਰਾਮਪੁਰਾ ਫੂਲ ਤੋਂ ਨਹੀਂ ਲੜਾਂਗਾ, ਮੇਰਾ ਬੇਟਾ ਰਾਮਪੁਰਾ ਫੂਲ ਤੋਂ ਲੜੇਗਾ, ਮੈਂ ਮੌੜ ਤੋਂ ਸੀਟ ਲੜਨੀ ਹੈ। ਵੀ ਇੱਕ ਪਰਿਵਾਰ ਵਿੱਚ 2 ਸੀਟਾਂ ਲੈਣ ਨੂੰ ਉਹ ਤਰਨੋਂ ਮੱਛੀ ਹੋ ਰਹੇ ਸੀ। ਇੱਕ ਤਾਂ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ ਸੁਖਬੀਰ ਸਿੰਘ ਬਾਦਲ, ਉਹਨਾਂ ਵੱਲੋਂ ਇਹ ਆਇਆ ਵੀ ਇੱਕ ਪਰਿਵਾਰ ਚੋਂ ਇੱਕੋ ਹੀ ਬੰਦੇ ਨੂੰ ਸੀਟ ਮਿਲੇਗੀ। ਵੀ ਇਹ ਅਸੀਂ ਕਾਨੂੰਨ ਲਾਗੂ ਕਰ ਰਹੇ ਹਾਂ, ਪਰ ਬਾਦਲ ਪਰਿਵਾਰ ਤੇ ਇਹ ਕਾਨੂੰਨ ਲਾਗੂ ਨਹੀਂ ਹੋਏਗਾ। ਠੀਕ ਹੈ, ਬਾਕੀ ਸਾਰੇ ਅਕਾਲੀ ਦਲ ਤੇ ਹੋਏਗਾ, ਬਾਦਲ ਪਰਿਵਾਰ ਤੇ ਨਹੀਂ ਹੋਏਗਾ, ਕਿਉਂਕਿ ਬਾਦਲ ਪਰਿਵਾਰ ਚੋਂ ਦੋਵੇਂ ਪਿਓ ਪੁੱਤ ਤਾਂ ਲੜਨਗੇ, ਹੋ ਸਕਦਾ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੀ ਲੜਾ ਲੈਣ ਉਹ। ਘੱਟੋ ਘੱਟ 3 ਬੰਦੇ ਹੋ ਸਕਦੇ। ਚਲੋ ਮਜੀਠੀਆ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਬਾਦਲ ਪਰਿਵਾਰ ਦਾ ਉਸ ਤਰ੍ਹਾਂ ਹਿੱਸਾ ਨਹੀਂ ਹੈ, ਪਰ ਹਰਸਿਮਰਤ ਕੌਰ ਬਾਦਲ, ਵੱਡੇ ਬਾਦਲ ਤੇ ਸੁਖਬੀਰ ਸਿੰਘ ਬਾਦਲ ਤਾਂ ਇੱਕੋ ਹੀ ਪਰਿਵਾਰ ਦਾ ਹਿੱਸਾ ਨੇ। ਸੋ ਸਿਕੰਦਰ ਸਿੰਘ ਮਲੂਕਾ ਨੇ ਬਗਾਵਤ ਕਰੀ ਸੀ, ਉਹਨੂੰ ਕਹਿ ਦਿੱਤਾ ਗਿਆ ਵੀ ਤੂੰ ਕੋਈ ਬਗਾਵਤ ਨਹੀਂ ਕਰ ਸਕਦਾ, ਜਿਹੜੀ ਸੀਟ ਮਿਲੀ ਹੈ ਤੁਹਾਨੂੰ ਉੱਥੇ ਹੀ ਕੰਮ ਕਰਨਾ ਪਵੇਗਾ ਤੇ ਉੱਥੇ ਹੀ ਤੁਹਾਨੂੰ ਚੋਣ ਲੜਨੀ ਪਵੇਗੀ। ਸੋ ਸੀਨੀਅਰ ਲੀਡਰਸ਼ਿਪ ਨੂੰ ਅੱਖਾਂ ਦਿਖਾਉਣ ਦੀ ਇਹ ਅਕਾਲੀ ਦਲ ਦੀ ਜਿਹੜੀ ਕਵਾਇਦ ਆ ਸ਼ੁਰੂ ਹੋ ਚੁੱਕੀ ਹੈ। ਹੁਣ ਜਿਹੜੇ ਸਿਆਸੀ ਮਾਹਰ ਨੇ ਉਹ ਇਹ ਕਹਿ ਰਹੇ ਨੇ ਵੀ ਅਗਲੇ ਦਿਨਾਂ ਦੌਰਾਨ ਹੋ ਸਕਦਾ ਇਸੇ ਤਰ੍ਹਾਂ ਦਾ ਹਸ਼ਰ ਹੈ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ, ਜਥੇਦਾਰ ਤੋਤਾ ਸਿੰਘ ਤੇ ਹੋਰ ਜਿਹੜੇ ਬਜ਼ੁਰਗ ਲੀਡਰਸ਼ਿਪ ਨੇ ਉਹਨਾਂ ਨਾਲ ਵੀ ਇਸ ਤਰ੍ਹਾਂ ਦਾ ਹੀ ਹੋਏਗਾ। ਸੋ ਉਹ ਦੇਖਦੇ ਆ ਵੀ ਅਗਲੇ ਦਿਨਾਂ ਦੌਰਾਨ ਕਿਸ ਤਰ੍ਹਾਂ ਦਾ ਮਾਹੌਲ ਬਣਦਾ। ਮੌੜ ਮੰਡੀ ਤੋਂ ਅਕਾਲੀ ਦਲ ਨੇ ਜਗਮੀਤ ਸਿੰਘ ਬਰਾੜ ਨੂੰ ਸੀਟ ਐਲਾਨ ਦਿੱਤੀ ਹੈ। ਜਗਮੀਤ ਸਿੰਘ ਬਰਾੜ ਲਗਾਤਾਰ ਉੱਥੇ ਮੌੜ ਤੋਂ ਕੰਮ ਕਰ ਰਹੇ ਸੀ। ਇਸੇ ਤਰ੍ਹਾਂ ਬਠਿੰਡਾ ਅਰਬਨ ਦਾ ਵੀ ਰੌਲਾ ਪੈ ਰਿਹਾ। ਬਠਿੰਡਾ ਅਰਬਨ ਤੇ ਇੱਕ ਹੋਰ ਅਕਾਲੀ ਲੀਡਰ ਆਪਣੀਆਂ ਜਿਹੜੀਆਂ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਸੀ, ਪਰ ਉੱਥੇ ਤੋਂ ਇੱਕ ਬੀਜੇਪੀ ਦਾ ਹਿੰਦੂ ਲੀਡਰ ਕਾਫੀ ਦੇਰ ਤੋਂ ਸਰਗਰਮ ਹੈ ਤੇ ਦੱਸਿਆ ਜਾ ਰਿਹਾ ਵੀ ਉਹਨੂੰ ਅਕਾਲੀ ਦਲ ਵੀ ਸ਼ਾਮਲ ਕਰਕੇ ਉਹਨੂੰ ਬਠਿੰਡਾ ਅਰਬਨ ਦੀ ਸੀਟ ਦਿੱਤੀ ਜਾ ਰਹੀ ਹੈ, ਤਾਂ ਕਿ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਸੀਟ ਆ ਉਹਦੇ ਲਈ ਇਹ ਹੁਣ ਤੋਂ ਇਹ ਤਿਆਰੀਆਂ ਸ਼ੁਰੂ ਕਰ ਰਹੇ ਵੀ ਆਪਣੇ ਬੰਦਿਆਂ ਨੂੰ ਐਮਐਲਏ ਜਿਤਾ ਕੇ ਹਰਸਿਮਰਤ ਕੌਰ ਬਾਦਲ ਨੂੰ ਮੁੜ ਕੇ ਐਮਪੀ ਜਿਤਾਇਆ ਜਾਵੇ। ਸੋ ਅਕਾਲੀ ਦਲ ਵਿੱਚ ਵੀ ਉਸੇ ਤਰ੍ਹਾਂ ਦੀਆਂ ਤਰੇੜਾਂ ਸਾਹਮਣੇ ਆ ਰਹੀਆਂ ਨੇ ਜਿਸ ਤਰ੍ਹਾਂ ਦੀਆਂ ਕਾਂਗਰਸ ਵਿੱਚ ਆ ਰਹੀਆਂ ਸੀ। ਸੋ ਸਿੱਧੂ ਤੇ ਕੈਪਟਨ ਦੇ ਵਿਵਾਦ ਵਰਗੀਆਂ ਜਿਹੜੀਆਂ ਤਸਵੀਰਾਂ ਨੇ ਉਹ ਅਕਾਲੀ ਦਲ ਵਿੱਚ ਵੀ ਪੈਦਾ ਹੋ ਰਹੀਆਂ। ਹਾਲੇ ਤਾਂ 7, 8 ਜਾਂ 10 ਸੀਟਾਂ ਹੀ ਐਲਾਨੀਆਂ ਗਈਆਂ, ਜਿਉਂ-ਜਿਉਂ ਸੀਟਾਂ ਐਲਾਨੀਆਂ ਜਾਣਗੀਆਂ ਅਕਾਲੀ ਦਲ ਵਿੱਚ ਕਾਟੋ ਕਲੇਸ਼ ਆ ਜਿਹੜਾ ਕਾਫੀ ਵਧਣ ਦੀ ਸੰਭਾਵਨਾ ਕੀਤੀ ਜਾ ਸਕਦੀ ਹੈ। ਭਾਜੀ ਇੱਕ ਰੌਲਾ ਜਿਹੜਾ ਹੋਰ ਵੀ ਉੱਠਦਾ ਜਾ ਰਿਹਾ ਕਿ ਕੁਝ ਐਸੇ ਬੀਜੇਪੀ ਦੇ ਲੀਡਰ ਨੇ ਜਿਹੜੇ ਉਹਨਾਂ ਵੱਲੋਂ ਨਾਰਾਜ਼ ਹੋ ਕੇ ਤੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਆ ਪਿਛਲੇ ਦਿਨੀ। ਸੋ ਰੌਲਾ ਇਹ ਹੈ ਕਿ ਬੀਜੇਪੀ ਹੁਣ ਜਿਹੜੇ ਕਿਉਂਕਿ ਰਸੂਖ ਜਿਵੇਂ ਆਪਾਂ ਕਹਿ ਲਈਏ ਕਿ ਇੱਕ ਤਰ੍ਹਾਂ ਦਾ ਵਰਤਾਂਤ ਬਣਦਾ ਜਾਂਦਾ ਕਿ ਬੀਜੇਪੀ ਨੂੰ ਹੁਣ ਲੋਕ ਪਸੰਦ ਨਹੀਂ ਕਰ ਰਹੇ, ਬਹੁਤ ਸਾਰੇ ਲੀਡਰਾਂ ਦਾ ਵਿਰੋਧ ਹੋ ਰਿਹਾ। ਸੋ ਕਹਿੰਦੇ ਆ ਕਿ ਬੀਜੇਪੀ ਆਪਣੇ ਲੀਡਰ ਜਿਹੜੇ ਨੇ ਉਹ ਅਕਾਲੀ ਦਲ ਦੇ ਵਿੱਚ ਭੇਜ ਕੇ ਉੱਥੋਂ ਜਿਤਵਾਏਗੀ ਤੇ ਮੁੜ ਕੇ ਸਮਰਥਨ ਜਿਹੜਾ ਵਾਪਸ ਲੈ ਲਿਆ ਜਾਵੇਗਾ। ਇਸ ਤਰੀਕੇ ਦਾ ਜਿਹੜਾ ਰੌਲਾ ਹੈ ਚੱਲ ਰਿਹਾ, ਇਹਦੇ ਬਾਰੇ ਕੀ ਕਹਿੰਦੇ? ਦੇਖੋ, ਇੱਕ ਗੱਲ ਅਸੀਂ ਆਪਣੇ ਦਰਸ਼ਕਾਂ ਨੂੰ ਸਾਫ਼ ਕਰ ਦਈਏ ਵੀ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਭਾਰਤੀ ਜਨਤਾ ਪਾਰਟੀ ਨਾਲੋਂ ਨਾਤਾ ਨਹੀਂ ਤੋੜ ਸਕਦਾ। ਜਿਹੜਾ 9 ਮਾਰਚ ਦਾ ਰਿਸ਼ਤਾ ਆ, ਸੱਸ ਨੂੰਹ ਦਾ ਰਿਸ਼ਤਾ ਹੈ, ਅਕਾਲੀ ਦਲ ਦਾ ਕਦੇ ਵੀ ਨਹੀਂ ਟੁੱਟਿਆ। ਇਹ ਸਿਰਫ ਲੋਕਾਂ ਦੀ ਅੱਖਾਂ ਘੱਟਾ ਪਾਉਣ ਲਈ ਇਹ ਸਾਰਾ ਡਰਾਮਾ ਹੋ ਰਿਹਾ। ਅਕਾਲੀ ਦਲ ਕਹਿ ਰਿਹਾ ਵੀ ਅਸੀਂ ਭਾਜਪਾ ਨਾਲੋਂ ਨਾਤਾ ਤੋੜ ਲਿਆ, ਬਿਲਕੁਲ ਨਹੀਂ ਤੋੜਿਆ। ਦੋਵੇਂ ਜਣੇ ਇੱਕ ਹੀ ਨੇ। ਹੁਣ ਅਕਾਲੀ ਦਲ ਦੀਆਂ ਸੀਟਾਂ ਤੋਂ ਭਾਜਪਾ ਦੇ ਨੇਤਾਵਾਂ ਨੂੰ ਲਿਆ ਰਿਹਾ ਕੇ ਚੋਣਾਂ ਲੜਾਈਆਂ ਜਾ ਰਹੀਆਂ ਤੇ ਭਾਜਪਾ ਦੀ ਵੋਟ ਆ ਪੂਰੀ ਤਰ੍ਹਾਂ ਅਕਾਲੀ ਦਲ ਨੂੰ ਪਵੇਗੀ। ਸੋ ਉਹ 10-12 ਸੀਟਾਂ ਜਿਹੜੀਆਂ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ, ਅਕਾਲੀ ਦਲ ਦੇ ਖਾਤੇ 'ਚ ਦਿੱਤੀਆਂ ਜਾਣਗੀਆਂ। ਬਹੁਜਨ ਸਮਾਜ ਪਾਰਟੀ ਨਾਲ ਸਿਰਫ ਗੱਠਜੋੜ ਇਹੀ ਆ ਵੀ ਉਹਨਾਂ ਦੀਆਂ ਵੋਟਾਂ ਸਾਨੂੰ ਪੈ ਜਾਣ, ਉਹਨਾਂ ਦੇ ਬੰਦੇ ਜਿੱਤਣ ਜਾਂ ਨਾ ਜਿੱਤਣ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਤੋਂ ਅਕਾਲੀ ਦਲ ਦਾ ਭਾਜਪਾ ਨਾਲੋਂ ਨਾਤਾ ਜਾਂ ਗੱਠਜੋੜ ਬਿਲਕੁਲ ਨਹੀਂ ਟੁੱਟਿਆ, ਇਹ ਉਸੇ ਤਰ੍ਹਾਂ ਕਾਇਮ ਆ। ਦੋਵੇਂ ਜਣੇ ਇੱਕ ਦੂਜੇ ਨੂੰ ਵੋਟਾਂ ਪਾਉਣਗੇ ਵੀ ਤੇ ਪਾਉਣਗੇ ਵੀ ਤੇ ਇਹਦੇ ਵਿੱਚ ਲੀਡਰ ਵੀ ਆਉਣਗੇ। ਸੋ ਤੁਹਾਡੀ ਗੱਲ ਜਿਹੜੀ ਇਹ ਹੈਗੀ ਆ ਵੀ ਉਹਦੇ ਚੋਂ ਟੁੱਟ ਕੇ ਆ ਰਹੇ ਆ, ਹਮਾਇਤ ਵਾਪਸ ਲੈ ਲੈਣਗੇ, ਇਸ ਤਰ੍ਹਾਂ ਦਾ ਕੁਝ ਨਹੀਂ। ਜਿਸ ਤਰ੍ਹਾਂ ਦਾ ਪਹਿਲਾ ਸਿਸਟਮ ਚੱਲ ਰਿਹਾ ਸੀ ਭਾਜਪਾ ਤੇ ਅਕਾਲੀ ਦਲ ਦਾ ਉਸੇ ਤਰ੍ਹਾਂ ਚੱਲੇਗਾ। ਜਿੰਨੇ ਭਾਜਪਾ ਦੇ ਲੀਡਰ ਅਕਾਲੀ ਦਲ ਵਿੱਚੋਂ ਸੀਟ ਲੜ ਕੇ ਚੋਣ ਲੜਨਗੇ ਜਾਂ ਜਿੱਤਣਗੇ, ਉਹ ਡਟ ਕੇ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਹਮਾਇਤ ਕਰਨਗੇ, ਕਿਉਂਕਿ ਉਹਨਾਂ ਦੀ ਸੇਵਾ ਦੇ ਨਾਲ ਹੀ ਉਹ ਐਮਐਲਏ ਬਣਨਗੇ ਤੇ ਉਹਨਾਂ ਦੀ ਰਹਿਨਮਾਈ ਦੇ ਅਧੀਨ ਹੀ ਉਹਨਾਂ ਨੇ ਐਮਐਲਏ ਬਣ ਕੇ ਜੋ ਪੁੱਠੇ ਸਿੱਧੇ ਕੰਮ ਕਰਨੇ ਉਹ ਕਰਨਗੇ। ਸੋ ਅਕਾਲੀ ਦਲ ਦਾ ਭਾਜਪਾ ਨਾਲੋਂ ਗੱਠਜੋੜ ਨਹੀਂ ਟੁੱਟਿਆ। ਇਹ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਸਮਝ ਲੈਣਾ ਚਾਹੀਦਾ। ਜੀ ਬਿਲਕੁਲ ਬਿਲਕੁਲ। ਇਹਨਾਂ ਰਵਾਇਤੀ ਪਾਰਟੀਆਂ ਨੇ ਕਿਵੇਂ ਹਰ 5 ਸਾਲ ਬਾਅਦ ਕਿਹੜੇ ਵਾਅਦੇ ਕਰਦੇ ਨੇ, ਫਿਰ ਸਰਕਾਰ ਬਣਦੇ ਕਿਵੇਂ ਤੋੜ ਦਿੰਦੇ ਨੇ, ਕਿਹੜੇ ਝੂਠ ਫਰੇਬ ਸਟੇਜਾਂ ਤੋਂ ਸੁਣਾਏ ਜਾਂਦੇ ਨੇ, ਕਿਵੇਂ ਗਠਬੰਧਨ ਕੀਤੇ ਜਾਂਦੇ ਨੇ, ਦਿਖਾਵੇ ਲਈ ਤੋੜ ਦਿੱਤੇ ਜਾਂਦੇ। ਸਾਰਾ ਕੁਝ ਸਮਝਣਾ ਪੈਣਾ, ਫਿਰ ਹੀ ਗੱਲਬਾਤ ਬਣੇਗੀ, ਫਿਰ ਹੀ ਪੰਜਾਬ ਦਾ ਵੀ ਸੁਧਾਰ ਹੋ ਸਕਦਾ। ਭਾਜੀ ਗੱਲ ਕਰੀਏ ਹੁਣ ਗੁਰਦਾਸ ਮਾਨ ਹੋਰਾਂ ਦੀ, ਤਾਂ
ਬਹੁਤ ਦੁੱਖ ਦੇ ਨਾਲ ਇਹ ਗੱਲ ਜਿਹੜੀ ਕਹਿਣੀ ਪੈ ਰਹੀ ਹੈ ਕਿ ਪਿਛਲੇ ਸਾਲ ਵੀ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਗਲਤੀ ਜਿਹੜੀ ਸੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ, ਉਹ ਦੁਨੀਆ ਭਰ ਦੇ ਵਿੱਚ ਜਿੰਨੇ ਵਸਣ ਵਾਲੇ ਉਹਦੇ ਫੈਨ ਸੀ ਬੜਾ ਨਿਰਾਸ਼ ਕੀਤਾ ਸੀ ਉਹਨਾਂ ਨੂੰ। ਸੋ ਉਸ ਤੋਂ ਬਾਅਦ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਪੰਜਾਬ ਦੇ ਵਿੱਚ ਵੀ ਪੰਜਾਬੀ ਲੋਕਾਂ ਵੱਲੋਂ ਸਿਆਸੀ ਸਮਾਜਿਕ ਬਾਈਕਾਟ, ਵਿਦੇਸ਼ਾਂ ਦੇ ਵਿੱਚ ਵੀ ਉਹ ਬਾਅਦ ਵਿੱਚ ਨਹੀਂ ਆਏ, ਇਹਦਾ ਮਤਲਬ ਹੈ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦਾ ਬਾਈਕਾਟ ਉਸ ਵੇਲੇ ਦਾ ਚੱਲ ਰਿਹਾ। ਸੋ ਹੁਣ ਨਵੀਂ ਜਿਹੜੀ ਗੱਲਬਾਤ ਹੈ, ਉਹਨਾਂ ਨੇ ਇੱਕ ਡੇਰੇ ਤੇ ਜਾ ਕੇ ਜਿਹੜੇ ਗੁਰੂ ਅਮਰਦਾਸ ਸਾਹਿਬ ਹੈਗੇ ਆ ਉਹਨਾਂ ਦਾ ਅੰਸ਼-ਵੰਸ਼ ਦੱਸ ਦਿੱਤਾ ਹੈ ਉਸ ਡੇਰੇਦਾਰ ਨੂੰ, ਜਿਹੜੀਆਂ ਕਿ ਬੜੀਆਂ ਵਿਵਾਦਤ ਤਸਵੀਰਾਂ, ਚਲੋ ਉਹਨਾਂ ਦੇ ਮੁਤਾਬਕ ਸਹੀ ਹੋਣਗੀਆਂ, ਪਰ ਬਹੁਤ ਸਾਰੇ ਨਸ਼ੇ ਕਰਦਿਆਂ ਦੀਆਂ ਜਾਂ ਗਾਲਾਂ ਜਿਹੜੀ ਗੰਦੀ ਸ਼ਬਦਾਵਲੀ ਬੋਲਦਿਆਂ ਦੀਆਂ ਐਸੀਆਂ ਤਸਵੀਰਾਂ ਆਉਂਦੀਆਂ ਰਹੀਆਂ। ਖੈਰ ਡੇਰਿਆਂ ਦੇ ਨਾਲ ਤਾਂ ਵੈਸੇ ਵੀ ਸਾਡਾ ਸੰਬੰਧ ਕੋਈ ਨਹੀਂ, ਪਰ ਉਹ ਅੰਸ਼-ਵੰਸ਼ ਦੱਸ ਗਏ। ਉਸ ਤੋਂ ਬਾਅਦ ਵਿਵਾਦ ਫਿਰ ਪੈਦਾ ਹੋ ਗਿਆ, ਪਰਚਾ ਵੀ ਦਰਜ ਹੋ ਗਿਆ। ਆਖਰ ਹੋਇਆ ਕੀ ਹੈ? ਅਖੀਰਲੀ ਉਮਰੇ ਸਾਰੀ ਉਮਰ ਵਾਹਵਾ ਖੱਟੀ ਹੈ ਤੇ ਹੁਣ ਅਖੀਰਲੀ ਉਮਰੇ ਤੇ ਸਾਰਾ ਕੁਝ ਕਿਉਂ ਕਰ ਰਹੇ ਨੇ ਗੁਰਦਾਸ ਮਾਨ? ਦੇਖੋ, ਗੁਰਦਾਸ ਮਾਨ ਇੱਕ ਪੰਜਾਬੀ ਗਾਇਕੀ ਦਾ ਸਿਖਰ ਰਹੇ ਆ, ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਪੰਜਾਬੀ ਗਾਇਕੀ ਦੀ। ਸੋ ਇਹ ਕਹੀਏ ਵੀ ਪੰਜਾਬੀ ਬੋਲੀ ਦੀ ਸੇਵਾ ਕਰੀ ਆ, ਬੋਲੀ ਨਾਲ ਤਾਂ ਇਹ ਹੈਗਾ ਵੀ ਬੋਲੀ ਦਾ ਉਹਨਾਂ ਨੇ ਖਾਧਾ ਹੈ। ਜੇ ਅੱਜ ਉਹ ਬਹੁਤ ਜ਼ਿਆਦਾ ਅਮੀਰ ਨੇ, ਵੱਡੀਆਂ ਕਾਰਾਂ ਕੋਠੀਆਂ 'ਚ ਰਹਿ ਰਹੇ ਨੇ, ਤਾਂ ਇਸੇ ਕਰਕੇ ਵੀ ਉਹਨਾਂ ਨੂੰ ਪੰਜਾਬੀ ਬੋਲੀ ਨੇ ਰੋਟੀ ਪਾਣੀ ਦਾ ਸਾਰਾ ਸਿਸਟਮ ਕਰਕੇ ਦਿੱਤਾ। ਸੋ ਜਿੰਨੇ ਵੀ ਇਹ ਗਾਇਕ ਭਾਈ ਨੇ ਸਾਡੇ ਜਾਂ ਸਾਡੇ ਫਿਲਮੀ ਐਕਟਰ ਭਾਈ ਨੇ, ਇਹ ਕਹਿੰਦੇ ਨੇ ਵੀ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰ ਰਹੇ ਹਾਂ, ਅਸਲ 'ਚ ਕੰਮ ਉਲਟ ਹੈ, ਪੰਜਾਬੀ ਬੋਲੀ ਇਹਨਾਂ ਦੀ ਸੇਵਾ ਕਰ ਰਹੀ ਹੈ। ਇਹ ਪੰਜਾਬੀ ਬੋਲੀ ਦਾ ਖੱਟਿਆ ਖਾ ਰਹੇ ਨੇ। ਪਰ ਅਸੀਂ ਗੁਰਦਾਸ ਮਾਨ ਦੇ ਉਸ ਤਰ੍ਹਾਂ ਸਤਿਕਾਰ ਕਰਦੇ ਹਾਂ ਵੀ ਉਹਨੇ ਜਿੰਨੀ ਚੰਗੀ ਗਾਇਕੀ ਗਾਈ ਆ, ਉਹ ਕੋਈ ਇਸ ਤਰ੍ਹਾਂ ਦਾ ਵਿਰੋਧਾ ਜਾਂ ਗਲਤ ਆਦਮੀ ਨਹੀਂ ਸੀ। ਪਰ ਪਿਛਲੇ ਸਮੇਂ ਦੌਰਾਨ ਉਹ ਤੋਂ ਦੋ ਗਲਤੀਆਂ ਇਹ ਵੱਡੀਆਂ ਹੋ ਗਈਆਂ ਨੇ। ਇੱਕ ਜਿਹੜੀ ਮਾਂ ਬੋਲੀ ਪੰਜਾਬੀ ਬਾਰੇ ਉਹਨੇ ਸਾਲ ਡੇਢ ਸਾਲ ਪਹਿਲਾਂ ਟਿੱਪਣੀ ਕੀਤੀ ਸੀ, ਉਹ ਬਿਲਕੁਲ ਗਲਤ ਸੀ। ਉਹਨੂੰ ਅਹਿਸਾਸ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਹੀ ਨਹੀਂ ਸੀ ਚਾਹੀਦਾ। ਜਿਹੜਾ ਤੁਹਾਡਾ ਸਾਰੀ ਉਮਰ ਮਾਂ ਬੋਲੀ ਪੰਜਾਬੀ ਦੀ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਸਮੁੰਦਰ ਵਿੱਚ ਤਾਰੀਆਂ ਲਾਉਂਦਾ ਰਿਹਾ ਹੋਵੇ, ਉਹ ਤੋਂ ਇਸ ਤਰ੍ਹਾਂ ਦੀ ਗਲਤੀ ਹੋਣੀ ਅਸੀਂ ਕਹਿ ਸਕਦੇ ਹਾਂ ਵੀ ਗਲਤੀ ਨਹੀਂ, ਪਤਾ ਨਹੀਂ ਉਹ ਤੋਂ ਕਿਸ ਤਰ੍ਹਾਂ ਹੋ ਗਈ ਹੈ। ਸੋ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਉਹਨੇ ਜਾਣ ਬੁੱਝ ਕੇ ਕਰੀ ਆ ਜਾਂ ਉਹ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਨਹੀਂ ਕਰਦਾ, ਇਸ ਤਰ੍ਹਾਂ ਨਹੀਂ ਹੈ। ਪਰ ਉਹਨੇ ਬਹੁਤ ਵੱਡੀ ਗਲਤੀ ਕਰੀ ਹੈ ਜਿਹੜੀ ਉਹਨੂੰ ਨਹੀਂ ਸੀ ਕਰਨੀ ਚਾਹੀਦੀ, ਔਰ ਜਿਹਦਾ ਉਹ ਖਮਿਆਜ਼ਾ ਭੁਗਤ ਰਿਹਾ। ਹਾਲੇ ਵੀ ਉਹ ਦੇਖ ਰਿਹਾ ਵੀ ਪੰਜਾਬੀ ਸਮਾਜ ਵੱਲੋਂ ਉਹਦਾ ਬਾਈਕਾਟ ਚੱਲ ਰਿਹਾ, ਉਹ ਕਿਤੇ ਖੁੱਲੇ ਆਮ ਵਿਚਰ ਨਹੀਂ ਸਕਦਾ, ਹਨਾ। ਉਹ ਹਾਲੇ ਵੀ ਈਵਨ ਕਿਸਾਨ ਮੋਰਚੇ ਦੀ ਸਟੇਜ ਤੇ ਆ ਕੇ ਵੀ ਉਹਨੇ ਮਾਫੀਆਂ ਮੰਗਣ ਦੀ ਕੋਸ਼ਿਸ਼ ਕਰੀ, ਪਰ ਉੱਥੇ ਵੀ ਲੋਕਾਂ ਵੱਲੋਂ ਉਹਨੂੰ ਭਜਾ ਦਿੱਤਾ ਗਿਆ, ਉਹਦਾ ਸਤਿਕਾਰ ਨਹੀਂ ਕੀਤਾ ਗਿਆ। ਹੁਣ ਇੰਨੇ ਵੱਡੇ ਸ਼ਾਹਕਾਰ ਨੂੰ ਦੇਖਣਾ ਚਾਹੀਦਾ ਵੀ ਮੈਂ ਮਾਂ ਬੋਲੀ ਪੰਜਾਬੀ ਦਾ ਇੰਨਾ ਮਾਣ ਉੱਚਾ ਕਰਕੇ ਜਾਂ ਉਹਦੇ ਰਾਹੀਂ ਮਾਣ ਆਪਣਾ ਉੱਚਾ ਕਰਾ ਕੇ ਜਿਸ ਤਰ੍ਹਾਂ ਦਾ ਰੁਤਬਾ ਹਾਸਲ ਕਰਿਆ, ਉਹਦੇ ਵਿੱਚ ਗਲਤੀ ਨਹੀਂ ਸੀ ਕਰਨੀ ਚਾਹੀਦੀ। ਹੁਣ ਉਹਨੇ ਉਹ ਨਕੋਦਰ ਵਾਲੇ ਡੇਰੇਦਾਰ ਦੇ ਨੂੰ ਗੁਰੂ ਸਾਹਿਬ ਦੀ ਅੰਸ਼ ਦੱਸ ਕੇ ਇੱਕ ਹੋਰ ਵੱਡੀ ਗਲਤੀ ਕਰ ਰਹੀ ਹੈ। ਠੀਕ ਹੈ, ਉਹਦੇ ਉਸ ਡੇਰੇਦਾਰ ਨਾਲ ਕਿਸ ਤਰ੍ਹਾਂ ਦੇ ਵੀ ਰਿਸ਼ਤੇ ਨੇ, ਉਹ ਵਪਾਰਕ ਵੀ ਹੋ ਸਕਦੇ ਆ, ਨਿੱਜੀ ਵੀ ਹੋ ਸਕਦੇ ਆ, ਇਹ ਉਹਨਾਂ ਦਾ ਆਪਣਾ ਨਿੱਜੀ ਮਾਮਲਾ ਹੈ, ਹਨਾ। ਉਹ ਜਾਣ ਜਮ ਜਾਣ, ਪਰ ਉਹਨੂੰ ਇਸ ਤਰ੍ਹਾਂ ਮਾਡਲ ਬਣਾ ਕੇ ਪੇਸ਼ ਨਾ ਕਰਨ, ਕਿਉਂਕਿ ਸਾਡੇ ਮਾਡਲ ਸਾਡੇ ਗੁਰੂ ਸਾਹਿਬ ਨੇ, ਹਨਾ। ਉਹ ਸਿੱਖਾਂ ਲਈ ਆ, ਪੰਜਾਬੀਆਂ ਲਈ ਮਾਡਲ ਸਾਡੇ ਗੁਰੂ ਸਾਹਿਬ ਹੀ ਨੇ, ਜਾਂ ਸਾਡੇ ਸ਼ਹੀਦ ਤੇ ਸਾਡੇ ਸੂਰਮੇ ਆ। ਜਦੋਂ ਵਾਰ-ਵਾਰ ਗੁਰਦਾਸ ਮਾਨ ਉਸ ਆਦਮੀ ਨੂੰ ਜਿਹਦਾ ਤੁਸੀਂ ਜ਼ਿਕਰ ਕਰਿਆ ਵੀ ਨਸ਼ੇ ਵੀ ਕਰਦਾ, ਭੱਦੀ ਸ਼ਬਦਾਵਲੀ ਵੀ ਬੋਲਦਾ, ਉਹਦਾ ਕੋਈ ਆਪਣਾ ਇਸ ਤਰ੍ਹਾਂ ਦਾ ਉੱਚਾ ਸੁੱਚਾ ਜੀਵਨ ਵੀ ਨਹੀਂ ਹੈ, ਹਨਾ। ਠੀਕ ਹੈ, ਉਹ ਪੁਰਾਣੀ ਰਵਾਇਤ ਅਨੁਸਾਰ ਉੱਥੇ ਡੇਰੇ 'ਚ ਜਾਂਦੇ ਨੇ ਗੁਰਦਾਸ ਮਾਨ, ਉਹ ਜਮ ਜਾਣ, ਪਰ ਉਹਨੂੰ ਐਜ਼ ਏ ਮਾਡਲ ਬਣਾ ਕੇ ਪੰਜਾਬ ਤੇ ਨਾ ਥੋਪਣ। ਉਹਨੂੰ ਹੁਣ ਇਹ ਤਾਂ ਜਿੱਦਾਂ ਹੱਦ ਹੀ ਆ ਵੀ ਉਹਨੂੰ ਗੁਰੂ ਸਾਹਿਬ ਦੇ ਅੰਸ਼ ਚੋਂ ਦੱਸਣਾ ਵੀ ਜਿਹੜੇ ਗੁਰੂ ਸਾਹਿਬ ਦੇ ਅੰਸ਼ ਚੋਂ ਬੰਦੇ ਹੁੰਦੇ ਆ ਉਹ ਇੰਨੇ ਰੂਹਾਨੀਅਤ ਨਾਲ ਭਰਪੂਰ ਹੋਣਗੇ ਜਾਂ ਕਿਸੇ ਤਰ੍ਹਾਂ ਵੀ ਹੋਣਗੇ। ਸੋ ਉਸ ਤੋਂ ਇਹ ਉਮੀਦ ਕਰਨੀ, ਤੇ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਸ ਆਧਾਰ ਤੇ ਕੀਤਾ ਜਾਂ ਕਿੱਦਾਂ ਕੀਤਾ, ਪਰ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਇਹ ਗੱਲ ਕਹੀ। ਅਸੀਂ ਬਹੁਤ ਦੁਖੀ ਹਿਰਦੇ ਨਾਲ ਇਹ ਸ਼ਬਦ ਵਰਤ ਰਹੇ ਹਾਂ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਜਿਸ ਤਰ੍ਹਾਂ ਦੀਆਂ ਦੋ ਵੱਡੀਆਂ ਗਲਤੀਆਂ ਗੁਰਦਾਸ ਮਾਨ ਉਹਨਾਂ ਨੇ ਕਰੀਆਂ ਨੇ, ਉਹਨਾਂ ਦੇ ਜੀਵਨ ਤੇ ਇੱਕ ਬਹੁਤ ਵੱਡਾ ਇਹ ਧੱਬਾ ਲਾ ਗਈਆਂ ਨੇ। ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਵਾਰ-ਵਾਰ ਇਸ ਤਰ੍ਹਾਂ ਦੀਆਂ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਇਸ ਚੈਨਲ ਰਾਹੀਂ ਅਪੀਲ ਕਰ ਸਕਦੇ ਹਾਂ, ਅਸੀਂ ਕੋਈ ਹੁਕਮ ਨਹੀਂ ਦੇ ਸਕਦੇ। ਉਹ ਫਿਰ ਵੀ ਸਾਤੋਂ ਉਮਰ ਵਿੱਚ ਵੀ ਵੱਡੇ ਨੇ, ਸਤਿਕਾਰ ਵਿੱਚ ਵੀ ਵੱਡੇ ਨੇ, ਤੇ ਪੈਸੇ ਧੇਲੇ ਪੱਖੋਂ ਵੀ ਵੱਡੇ ਨੇ। ਬਿਲਕੁਲ। ਅੱਛਾ ਭਾਜੀ, ਅਖੀਰ ਦੇ ਵਿੱਚ ਜੇਕਰ ਕੋਈ ਟਿੱਪਣੀ KS ਮੱਖਣ ਦੇ ਉੱਤੇ ਵੀ ਕਰਨਾ ਚਾਹੋ, ਕਿਉਂਕਿ ਅੰਮ੍ਰਿਤ ਭੰਗ ਕਰਨ ਦੀਆਂ ਉਹਨਾਂ ਦੀਆਂ ਪਿਛਲੇ ਸਾਲ ਦੀਆਂ ਜਿਹੜੀਆਂ ਵੀਡੀਓਜ਼ ਆਈਆਂ ਸੀ ਕਿ ਉਹਨਾਂ ਨੇ ਲਾਈਵ ਹੋ ਕੇ ਅੰਮ੍ਰਿਤ ਭੰਗ ਕਰ ਦਿੱਤਾ ਸੀ, ਤੇ ਹੁਣ ਉਹਨਾਂ ਦੀਆਂ ਫੋਟੋਜ਼ ਜਿਹੜੀਆਂ ਵਾਇਰਲ ਹੋ ਰਹੀਆਂ ਕਿ ਉਹ ਕਲੀਨ ਸ਼ੇਵਡ ਪਹਿਲਾਂ ਵਰਗੀ ਜਿਹੜੀ ਦਿੱਖ ਦੇ ਵਿੱਚ ਉਹ ਆ ਚੁੱਕੇ ਨੇ। ਜੇ ਕੋਈ ਟਿੱਪਣੀ ਅਖੀਰ ਦੇ ਵਿੱਚ ਕਰਨੀ ਚਾਹੋ।
ਦੇਖੋ ਜੀ, ਜਿਹੜਾ ਗੁਰਸਿੱਖੀ ਨੂੰ ਧਾਰਨ ਕਰਨ ਦਾ ਜਿਹੜਾ ਸਾਰਾ ਸਿਸਟਮ ਹੈ ਨਾ, ਉਹ ਤਾਂ ਇੱਕ ਮਨ ਦੀ ਖੇਡ ਆ। ਗੁਰਸਿੱਖੀ ਕੋਈ ਇਸ ਤਰ੍ਹਾਂ ਨਹੀਂ ਵੀ ਟੈਕਨੀਕਲੀ ਆ, ਵੀ ਕਿਸੇ ਨੇ ਟੈਕਨੀਕਲੀ ਪੱਗ ਬੰਨ ਲਈ ਜਾਂ ਉਸ ਤਰ੍ਹਾਂ ਦਾ ਦਸਤਾਰ ਸਜਾ ਲਈ ਜਾਂ ਈਵਨ ਕਕਾਰ ਵੀ ਪਹਿਨ ਲਏ। ਸੋ ਇਹ ਤਾਂ ਉਹ ਤੋਂ ਪਹਿਲਾਂ ਹੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਨਿਭ ਸਕੂੰਗਾ ਜਾਂ ਨਹੀਂ ਨਿਭ ਸਕੂੰਗਾ, ਹਨਾ। ਸੋ ਗੁਰਸਿੱਖੀ ਤਾਂ ਖੰਡੇ ਧਾਰ ਤਿੱਖੀ ਹੈ, ਜਿੱਦਾਂ ਆਪਾਂ ਕਹਿੰਦੇ ਨੇ ਵੀ ਇੱਥੇ ਤਾਂ ਸਿਰਾਂ ਦੀ ਖੇਡ ਆ ਇਹ। ਇੱਕ ਤਾਂ ਇੱਕਮਿਕ ਹੋਣਾ, ਉਸ ਵਾਹਿਗੁਰੂ ਨਾਲ ਇੱਕਮਿਕ ਹੋਣ ਦੀ ਇੱਕ ਰਾਹ ਹੈ। ਔਰ ਉਹਦੇ ਲਈ ਜਦੋਂ ਇੱਕਮਿਕ ਹੁੰਦਾ ਬੰਦਾ, ਉਹਦੇ ਚੋਂ ਆਪਣਾ ਸਾਰਾ ਜਿਹੜਾ ਸਵੈ ਹੰਕਾਰ ਹੁੰਦਾ ਉਹ ਖਤਮ ਕਰਕੇ ਜਾਂਦਾ ਹੈ। ਜਿਹਨੇ ਇੱਕਮਿਕ ਹੋਣਾ ਉਹਨੇ ਸਵੈ ਹੰਕਾਰ ਨੂੰ ਖਤਮ ਕਰਕੇ ਜਾਣਾ। ਸੋ ਜਿਹੜੀਆਂ KS ਮੱਖਣ ਦੀਆਂ ਉਹ ਜੋ ਕੁਝ ਵੀ ਉਹਨੇ ਕਰਿਆ, ਉਹ ਲੱਗਦਾ ਵੀ ਬੰਦੇ ਚੋਂ ਸਵੈ ਹੰਕਾਰ ਖਤਮ ਨਹੀਂ ਹੋਇਆ। ਸੋ ਆਪਣਾ ਧਾਰੀ ਬੰਦੇ ਦਾ ਸਵੈ ਹੰਕਾਰ ਖਤਮ ਹੋਣਾ ਚਾਹੀਦਾ। ਜਿਹੜੀ ਮੈਂ ਆ, ਗੁਰੂ ਸਾਹਿਬ ਕਹਿੰਦੇ ਵੀ ਇਹ ਹਉਮੈ ਦੀਰਘ ਰੋਗ ਹੈ, ਦਾਰੂ ਬੇਸਮਾਏ। ਹਉਮੈ ਆ ਜਿਹੜੀ ਉਹ ਖਤਮ ਕਰਨੀ ਪੈਂਦੀ ਹੈ, ਹਨਾ, ਵੀ ਇਹ ਦੀਰਘ ਰੋਗ ਆ। ਨਹੀਂ ਤਾਂ ਸੋ ਸਾਨੂੰ ਲੱਗਿਆ ਵੀ ਉਹ ਹਉਮੈ ਦਾ ਦੀਰਘ ਰੋਗ ਉਹਨਾਂ ਵਿੱਚੋਂ ਨਹੀਂ ਗਿਆ, ਇਸ ਕਰਕੇ ਉਹ ਵਾਰ-ਵਾਰ ਉਹ ਵੀ ਗੁਰਦਾਸ ਮਾਨ ਵਾਂਗੂ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਰਹੇ ਆ। ਸੋ ਉਹਨਾਂ ਨੂੰ ਆਪਣੇ ਮਨ ਦੀ ਅਵਸਥਾ ਉਸ ਉੱਚੇ ਰੂਹਾਨੀ ਮੰਡਲ ਵਿੱਚ ਲਿਜਾ ਕੇ ਹੀ ਅੰਮ੍ਰਿਤ ਛਕਣਾ ਚਾਹੀਦਾ ਸੀ। ਨਹੀਂ ਉਹ ਤੋਂ ਬਿਨਾਂ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਛੱਡ ਜਾਂਦੇ ਨੇ, ਪਰ ਉਹ ਸਹਿਜ ਵਿੱਚ ਰਹਿ ਕੇ ਇੱਕ ਸਮਾਜ ਦਾ ਉਸ ਤਰ੍ਹਾਂ ਦਾ ਹਿੱਸਾ ਨਹੀਂ ਹੁੰਦੇ ਜਿਹਦੀ ਚਰਚਾ ਹੋਵੇ। ਪਰ KS ਮੱਖਣ ਦੀ ਚਰਚਾ ਹੋਈ ਕਿਉਂਕਿ ਸਮਾਜ ਦਾ ਗੁਰਦਾਸ ਮਾਨ ਵਾਂਗ ਇੱਕ ਚਰਚਿਤ ਹਿੱਸਾ ਸੀ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਅਲਾਮਤਾਂ ਪੈਦਾ ਹੋ ਰਹੀਆਂ, ਹੁਣ ਤੁਸੀਂ ਦੇਖਿਆ ਹੋਣਾ ਕਿਸੇ ਨੇ ਆਨਲਾਈਨ ਹੋ ਕੇ ਆਪਣੇ ਕੇਸ ਕੱਟ ਦਿੱਤੇ ਨੇ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਨੇ। ਸੋ ਇਹ ਅਸਲ 'ਚ ਮਾਨਸਿਕ ਤੌਰ ਤੇ ਪਰੇਸ਼ਾਨ ਲੋਕ ਆ ਨਾ, ਜਿਹੜੇ ਬਿਮਾਰ ਹੋਈ ਮਾਨਸਿਕਤਾ। ਚਾਹੇ ਗੁਰਦਾਸ ਮਾਨ ਵੀ ਮਾਨਸਿਕ ਤੌਰ ਤੇ ਬਿਮਾਰ ਆ, ਹਨਾ। KS ਮੱਖਣ ਵੀ ਮਾਨਸਿਕ ਤੌਰ ਤੇ ਬਿਮਾਰ ਆ। ਤੇ ਉਹ ਸ਼ਖਸ ਜਿਹੜਾ ਆਪਣੇ ਆਪ ਨੂੰ ਕਿਸੇ ਸੰਤ ਦਾ ਚੇਲਾ ਕਹਿੰਦਾ, ਜਿਹਨੇ ਆਨਲਾਈਨ ਹੋ ਕੇ ਕੇਸ ਕੱਟੇ ਨੇ, ਇਹ ਮਾਨਸਿਕ ਬਿਮਾਰੀ ਆ ਔਰ ਗੰਭੀਰ ਮਾਨਸਿਕ ਬਿਮਾਰੀ ਆ। ਇਹਦਾ ਮੈਡੀਕਲੀ ਕੋਈ ਇਲਾਜ ਨਹੀਂ ਕਰ ਸਕਦਾ। ਇਹ ਤਾਂ ਗੁਰੂ ਦੇ ਚਰਨਾਂ ਵਿੱਚ ਆਪਣਾ ਸਿਰ ਨਵਾ ਦੇਣ ਨਾਲ ਹੀ ਮੁਕਤੀ ਹੋ ਸਕਦੀ ਹੈ। ਉਹ ਤੋਂ ਬਿਨਾਂ ਕੋਈ ਵੀ ਨਾ ਗੁਰਦਾਸ ਮਾਨ ਦੀ ਮੁਕਤੀ ਹੋ ਸਕਦੀ ਹੈ, ਨਾ KS ਮੱਖਣ ਦੀ, ਨਾ ਉਹ ਉਸ ਸ਼ਖਸ ਦੀ ਜਿਹਨੇ ਕੇਸ ਕੱਟੇ ਨੇ। ਸੋ ਉਹ ਹੰਕਾਰ ਦੇ ਘੋੜੇ ਤੇ ਸਵਾਰ ਨੇ। ਹੰਕਾਰ ਦੇ ਘੋੜੇ ਤੋਂ ਥੱਲੇ ਉਤਰ ਕੇ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਆਪਣਾ ਸਾਰਾ ਕੁਝ ਭੇਟ ਕਰਨਾ ਪਊਗਾ, ਤਾਂ ਹੀ ਉਹਨਾਂ ਦੀ ਮਾਨਸਿਕ ਮੁਕਤੀ ਹੋ ਸਕਦੀ ਹੈ। ਬਿਲਕੁਲ ਜੀ, ਬਿਲਕੁਲ। ਵਾਕਈ ਮਾਨਸਿਕ ਬਿਮਾਰ ਹੋਣ ਦੇ ਜਿਹੜੇ ਲੱਛਣ ਨੇ ਉਹ ਕਈ ਵਾਰ ਇਸ ਤਰ੍ਹਾਂ ਹੀ ਦਿਖਾਏ ਜਾਂਦੇ ਨੇ ਜਿਵੇਂ ਇਹਨਾਂ ਜਿਹੜੇ 3 ਸ਼ਖਸ ਨੇ ਇਹਨਾਂ ਵੱਲੋਂ ਦਿਖਾਏ ਗਏ ਆ। ਬਾਕੀ ਪੰਜਾਬੀ ਬੋਲੀ ਦਾ ਜਿਹੜਾ ਤਿਰਸਕਾਰ ਕਰਕੇ ਜਾਂ ਪਿੱਠ ਦਿਖਾ ਕੇ ਕੋਈ ਵੀ ਪੰਜਾਬੀ ਗਾਇਕ ਜਿਹੜਾ ਹੈ ਉਹ ਅੱਗੇ ਨਹੀਂ ਵਧ ਸਕਦਾ। ਇਹ ਸਾਰਿਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਇਸ ਚੈਨਲ ਦੇ ਰਾਹੀਂ ਕਿ ਪੰਜਾਬੀ ਬੋਲੀ ਨੇ ਹੀ ਤੁਹਾਨੂੰ ਕਰੋੜਾਂ ਅਰਬਾਂ ਦੇ ਮਾਲਕ ਬਣਾਇਆ, ਸ਼ੌਹਰਤ ਬਖਸ਼ੀ ਹੈ। ਤੇ ਅੱਜ ਜੇਕਰ ਤੁਸੀਂ ਪੰਜਾਬੀ ਬੋਲੀ ਦਾ ਤਿਰਸਕਾਰ ਕਰਕੇ ਅੱਗੇ ਵਧਣਾ ਚਾਹੋ ਤਾਂ ਤੁਹਾਨੂੰ ਢੋਈ ਉੱਥੇ ਵੀ ਨਹੀਂ ਮਿਲਣੀ। ਯਾਨੀ ਕਿ ਬਾਲੀਵੁੱਡ ਜਿਹਨੂੰ ਤੁਸੀਂ ਆਪਣਾ ਸਭ ਕੁਝ ਸਮਝਦੇ ਹੋ ਕਿ ਉੱਥੇ ਪਹੁੰਚ ਜਾਈਏ ਤਾਂ ਸਭ ਕੁਝ ਹੋ ਜਾਏਗਾ। ਹਰ ਜਿਹੜੀ ਬਣਦੀ ਤੁਹਾਡੀ ਜਗ੍ਹਾ ਹੈ, ਨਾ ਤੁਹਾਨੂੰ ਬਾਲੀਵੁੱਡ ਦੇ ਸਕਦਾ ਹੈ, ਨਾ ਹੀ ਕੇਂਦਰ ਜਾਂ ਫਿਰ ਪੰਜਾਬ ਵਿਰੋਧੀ ਤਾਕਤਾਂ ਦੇ ਸਕਦੀ ਹੈ। ਪੰਜਾਬ ਨੇ, ਪੰਜਾਬੀਅਤ ਨੇ ਜਿਹੜੀ ਤੁਹਾਡੀ ਪੂਰੀ ਦੁਨੀਆ ਦੇ ਵਿੱਚ ਟੂਟੀ ਬਣਾਈ ਹੈ, ਸੋ ਉਹ ਸਿਰਫ ਪੰਜਾਬੀ ਹੀ ਕਰ ਸਕਦੇ ਨੇ। ਇਹ ਗੱਲ ਸੋਚ ਲੈਣੀ ਚਾਹੀਦੀ ਹੈ, ਦੂਸਰਿਆਂ ਵੱਲ ਨਹੀਂ ਝਾਕਣਾ ਚਾਹੀਦਾ। ਸੋ ਭਾਈ ਅਵਤਾਰ ਸਿੰਘ ਜੀ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਅੱਜ ਦੇ ਜਿਹੜੇ ਸਾਰੇ ਕਰੰਟ ਮਸਲੇ ਸੀ ਉਹਨਾਂ ਦੇ ਉੱਤੇ ਬਹੁਤ ਚੰਗੀ ਤਰ੍ਹਾਂ ਤੁਸੀਂ ਸਾਰਾ ਵਿਸ਼ੇਸ਼ ਕਰਕੇ ਜਿਹੜਾ ਹੈ ਸਾਡੇ ਦਰਸ਼ਕਾਂ ਨੂੰ ਦੱਸਿਆ। ਮੈਂ ਧੰਨਵਾਦ ਕਰਦਾ ਤੁਹਾਡਾ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦਰਸ਼ਕੋ, ਇਹ ਸੀ ਅੱਜ ਦਾ ਸਾਡਾ ਪ੍ਰੋਗਰਾਮ ਫਤਿਹ ਦੀ ਗੱਲ। ਆਸ ਕਰਦਾ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਲਦੇ ਹਾਂ ਅਗਲੇ ਹਫਤੇ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਸਾਡੇ ਚੈਨਲ ਨੂੰ YouTube ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। Facebook ਦੇ ਉੱਤੇ ਸਾਨੂੰ ਲਾਈਕ ਕਰ ਦਿਓ ਤਾਂ ਕਿ ਇਸ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਅਸੀਂ ਪ੍ਰੋਗਰਾਮ ਪੇਸ਼ ਕਰਕੇ ਤੁਹਾਨੂੰ ਜਿਹੜਾ ਹੈ ਤੁਹਾਡੇ ਸਾਹਮਣੇ ਲਿਆ ਸਕੀਏ ਤੇ ਤੁਹਾਨੂੰ ਜਾਣਕਾਰੀ ਦੇ ਸਕੀਏ ਕਿ ਆਖਰ ਸਾਡੇ ਆਲੇ ਦੁਆਲੇ ਵਾਪਰ ਕੀ ਰਿਹਾ ਹੈ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।